ਸ਼ਾਇਦ ਸਾਹਿਬ ਗੁਜਰਾਤ ਵਿੱਚ ਰੈਕੀ ਦੇ ਦੌਰਾਨ ਸੀਸੀਡੀ ਦਾ ਇੱਕ ਕਾਂਸਟੇਬਲ ਸ਼ਹੀਦ ਹੋ ਗਿਆ। ਕਿਸੇ ਕ੍ਰਿਮੀਨਲ ਦੀ ਰੈਕੀ ਕਰ ਰਿਹਾ ਸੀ, ਉਸ ਦੌਰਾਨ ਲਾਜ਼ਮੀ ਗੱਲ ਹੈ ਅਗਰ ਉਹਨਾਂ ਨੂੰ ਪਤਾ ਚੱਲ ਗਿਆ ਉਹਨਾਂ ਨੇ ਹਮਲੇ ਦੇ ਵਿੱਚ ਉਹਨੂੰ ਸ਼ਹੀਦ ਕਰ ਦਿੱਤਾ ਹੈ ਤੇ ਸੀਸੀਡੀ ਦਾ ਕਾਂਸਟੇਬਲ ਸ਼ਹੀਦ ਹੋ ਗਿਆ। ਤੇ ਐਡੇ ਸਖਤ ਹਾਲਾਤ ਦੇ ਵਿੱਚ ਕਿ ਜਦੋਂ ਸੀਸੀਡੀ ਨੂੰ ਅਸੀਂ ਦੇਖ ਰਹੇ ਹਾਂ ਉਹ ਤੇ ਜਨਮ ਵਾਸਨ ਕਰ ਰਹੇ ਨੇ ਲੋਕਾਂ ਨੂੰ, ਮੁਜਰਮਾਂ ਨੂੰ, ਤੇ ਹੁਣ ਤੇ ਉਹਨਾਂ ਦਾ ਆਪਣਾ ਸ਼ਹੀਦ ਹੋ ਗਿਆ ਹੈ ਮੁਲਾਜ਼ਮ। ਤੇ ਕਿਹੜੇ ਉਹ ਜਿਹਦੀ ਉਹ ਰੈਕੀ ਕਰ ਰਿਹਾ ਸੀ, ਕਿੰਨੇ ਕੁ ਖਤਰਨਾਕ ਉਹ ਗੈਂਗ ਸੀ, ਕੌਣ ਲੋਕ ਸਨ ਜਿਨ੍ਹਾਂ ਨੇ ਐਡਾ ਵੱਡਾ ਅਟੈਂਪਟ ਕਰ ਦਿੱਤਾ। ਤੇ ਤੁਹਾਡੇ ਕੋਲ ਕਿਹੜੀ ਤਫਸੀਲਾਤ ਨੇ, ਤੁਹਾਡੇ ਜ਼ਰਾਏ ਜਿਹੜੀ ਚੁਲੀਆ ਤੁਹਾਡੀ ਹੈ ਉਹ ਕੀ ਕਹਿੰਦੀ ਹੈ ਇਹਦੇ 'ਚ? ਵਾਕਿਆ ਜਿਹੜਾ ਨਾ ਹਾਲਾਤ ਕੁਛ ਇਸ ਤਰ੍ਹਾਂ ਦੇ ਹੈਗੇ ਨੇ। ਤੁਸੀਂ ਜਿਸ ਤਰ੍ਹਾਂ ਇਹਦਾ ਇੰਟਰੋ ਦਿੱਤਾ ਨਾ, ਇਹਦਾ ਇੰਟਰੋ ਮੈਂ ਥੋੜ੍ਹਾ ਤਫਸੀਲ ਨਾਲ ਦੱਸ ਦਿੰਦਾ। ਇਹ ਮੁਲਾਜ਼ਮ ਜਿਹੜਾ ਨਾ ਪਲੈਨਿੰਗ ਦੇ ਨਾਲ, ਉਹਦੀ ਡਿਊਟੀ ਸੀ, ਇਹ ਆਪਣੀ ਡਿਊਟੀ ਕਰ ਰਿਹਾ ਸੀ। ਹਮਲਾ ਪਲੈਨਿੰਗ ਨਾਲ ਹੋਇਆ। ਜਦ ਕਿ ਲਾਹੌਰ ਇੱਕ ਨਿੱਜੀ ਸੁਸਾਇਟੀ ਦੇ ਵਿੱਚ ਰਤਾਗ ਡੋਗਰ ਨਾਮ ਦਾ ਕੋਈ ਮਹੀਨਾ ਪਹਿਲੇ ਗੱਲਬਾਤ ਦੀ ਗੱਲ ਹੈ, ਜਾਂ ਮਹੀਨਾ ਸਵਾ ਮਹੀਨਾ ਪਹਿਲੇ ਦੀ ਗੱਲ ਹੈ, ਉਹ ਕਿਤੇ ਰੇਡ ਕਰਨ ਗਏ ਸਨ। ਉਹ ਕ੍ਰਾਸ ਫਾਇਰਿੰਗ ਦੇ ਨਤੀਜੇ 'ਚ ਉਹਨੂੰ ਸ਼ਹੀਦ ਕੀਤਾ ਗਿਆ, ਜਦ ਕਿ ਇਹਦੇ ਤੇ ਹਮਲਾ ਕੀਤਾ ਗਿਆ। ਸਿਚੁਏਸ਼ਨ ਚੇਂਜ ਆ ਗਈ ਸਮਝ ਆਇਆ। ਸਭ ਤੋਂ ਪਹਿਲੇ ਚੀਜ਼ ਨੂੰ ਸਮਝਣਾ ਜ਼ਰੂਰੀ ਹੈ, ਬੈਕਗ੍ਰਾਉਂਡ ਕੀ ਸੀ, ਕਿਉਂਕਿ ਕੱਲ ਦਾ ਸੋਸ਼ਲ ਮੀਡੀਆ ਚੱਲ ਰਿਹਾ ਦੂਸਰਾ ਕਾਂਸਟੇਬਲ ਸ਼ਹੀਦ ਕਰ ਦਿੱਤਾ ਗਿਆ। ਸ਼ਹੀਦ ਤਾਂ ਕਰ ਦਿੱਤਾ ਗਿਆ, ਲੇਕਿਨ ਦੋਨਾਂ ਦੀ ਸੂਰਤ ਹਾਲ ਮੁਖਤਲਿਫ ਹੈ। ਉਹ ਦੌਰਾਨੇ ਰੇਡ, ਜਦੋਂ ਕਿਸੇ ਕ੍ਰਿਮੀਨਲ ਦੇ ਆਮਣੇ ਸਾਹਮਣੇ ਆ ਗਏ ਨੇ, ਦੋ ਤਰਫਾ ਫਾਇਰਿੰਗ, ਸ਼ਹੀਦ ਹੋਇਆ। ਇਹਦੇ ਤੇ ਹਮਲਾ ਕੀਤਾ ਗਿਆ। ਇਹਦੇ 'ਚ ਇੱਕ ਵੀਡੀਓ ਜਿਹੜੀ ਨਾ ਸਕਰੀਨ ਤੇ ਚੱਲਦੀ ਪਈ ਹੈ, ਅਸੀਂ ਪੂਰੀ ਵੀਡੀਓ ਤਾਂ ਦਿਖਾ ਨਹੀਂ ਸਕਦੇ, ਤਸਵੀਰ ਦਿਖਾ ਰਹੇ ਨੇ, ਨਾਜ਼ਰੀਨ ਨੇ ਦੇਖ ਲਈ। ਦਿੱਤਾ ਹੈ 2 ਦਿਨ ਤੋਂ, ਪਰਸੋਂ ਰਾਤ ਦਾ ਤੇ ਕੰਮ ਹੋ ਰਿਹਾ, ਬੜਾ ਮੀਡੀਆ ਚੱਲ ਰਿਹਾ, ਤੇ ਮੈਂ ਕੋਈ ਨਵੀਂ ਚੀਜ਼ ਕੱਢਣੀ ਸੀ ਜਿਹੜੀ ਆਡੀਅנס ਸੁਣਨਾ ਚਾਹੁੰਦੀ ਹੈ। ਸਭ ਤੋਂ ਪਹਿਲੇ ਤਾਂ ਗੱਲ ਕਲੀਅਰ ਹੋ ਗਈ ਕਿ ਇਹਦੇ ਤੇ ਹਮਲਾ ਕੀਤਾ ਗਿਆ, ਉਹ ਕ੍ਰਾਸ ਫਾਇਰਿੰਗ ਸ਼ਹੀਦ ਹੋਇਆ। ਹੁਣ ਇੱਥੇ ਮੈਂ ਪ੍ਰੈਡਿਕਸ਼ਨ ਕਰਦਿਆਂ ਇੰਜ ਹੋਏਗਾ ਜਾਂ ਇੰਜ ਹੋਏਗਾ, ਇਹ ਕਬਲ ਅਜ਼ ਵਕਤ ਗੱਲਾਂ ਨੇ। ਤੁਸੀਂ ਤਾਰੀਖ ਨੂੰ ਪੜ੍ਹ ਕੇ ਦੇਖੋ ਨਾ, ਤਾਰੀਖ ਦਾ ਮੁਤਾਲਿਆ ਕਰੋ ਕਿ ਜਦੋਂ ਵੀ ਕਿਸੇ ਪੁਲਿਸ ਵਾਲੇ ਨੂੰ ਸ਼ਹੀਦ ਕੀਤਾ ਗਿਆ ਤੇ ਉਹਦੇ ਸ਼ਹੀਦ ਕਰਨ ਵਾਲੇ ਦੇ ਨਾਲ ਕੀ ਹੋਇਆ, ਤਾਰੀਖ ਪੜ੍ਹੋ ਨਾ। ਬਿਲਕੁਲ ਸਹੀ। ਤੇ ਜਿਸ ਤਰ੍ਹਾਂ ਪੁਲਿਸ ਦੀ ਰਵਾਇਤਾਂ ਚੱਲਦੀਆਂ ਆ ਰਹੀਆਂ ਨੇ, ਇਹਨੂੰ ਨਾ ਤੁਸੀਂ ਬਦਲ ਸਕਦੇ ਤੇ ਨਾ ਮੈਂ ਬਦਲ ਸਕਦਾ। ਇਹ ਰਵਾਇਤ ਉਸ ਤਰ੍ਹਾਂ ਹੀ ਚੱਲਦੀ ਹੈ। ਇਹ ਜਿਹੜਾ ਵੀ ਬੰਦਾ ਨਾ ਨਾਮ ਸਕਰੀਨ ਤੇ ਆ ਰਿਹਾ, ਇਹ ਤਸਵੀਰਾਂ ਜਿਹੜੀਆਂ ਚੱਲ ਰਹੀਆਂ ਨਾ, ਇਹ ਉਸ ਸ਼ੂਟਰ ਦੀਆਂ ਨੇ ਜਿਹਨੇ ਅਟੈਕ ਕੀਤਾ। ਇਹਦਾ ਨਾਮ ਹੈ ਨੋਮਾ ਬਾਉਲਪੁਰੀਆ। ਨੋਮਾ ਬਾਉਲਪੁਰੀਆ, ਬਾਉਲਪੁਰ ਦਾ ਪਿੱਛੇ ਹੋਏਗਾ। ਇਹਨੇ ਜਿਹੜਾ ਨਾ, ਇਹਨੇ ਕੈਮਰੇ ਦੇ ਵਿੱਚ ਜੋ ਨਜ਼ਰ ਆ ਰਿਹਾ ਨਾ, ਇਹਨੇ ਬਾਕਾਇਦਾ ਉਹਨੂੰ ਨੋਟ ਕਰਕੇ ਨਾ ਕਿ ਇਹ ਰੈਕੀ ਕਰ ਰਿਹਾ, ਇਹਨੇ ਯਕਦਮ ਉਹਦੇ ਧਿਆਨ ਤੇ ਅਟੈਕ ਕਰ ਦਿੱਤਾ। ਹੁਣ ਇਹਦੇ 2 ਚੀਜ਼ਾਂ ਦੇਖਣੀਆਂ ਪੈਣੀਆਂ ਨੇ। ਇਹ ਚੀਜ਼ ਜਿਹੜੀ ਨਾ ਆਡੀਅנס ਦੀ ਬੜੀ ਜ਼ਬਰਦਸਤ ਹੈ, ਜਿਹੜੀ ਆਡੀਅנס ਕਹਿੰਦੇ ਤੁਸੀਂ ਹਰ ਗੱਲ ਜਿਹੜੀ ਰਿਸਰਚ ਤੋਂ ਤੁਹਾਡਾ ਜਿਹੜੀ ਉਹ ਜ਼ਾਤੀ ਰਾਏ ਜਿਹੜੀ ਹੈ, ਦੇਖਣਾ ਪਏਗਾ ਕਿ ਆਇਆ ਉਹ ਵਰਦੀ ਸੀ ਜਾਂ ਉਹ ਸਿਵਲ ਕੱਪੜਿਆਂ ਸੀ। ਹੁਣ ਲੋਕ ਥੱਲੇ ਲਿਖਣਗੇ ਕਿ ਉਹ ਸਿਵਲ ਕੱਪੜਿਆਂ ਸੀ। ਹੁਣ ਮੈਂ ਲੋਕਾਂ ਨੂੰ ਇਸ ਗੱਲ ਦਾ ਜਵਾਬ ਆਪਣੀ ਸੈਂਸ ਨਾਲ ਦੇਣਾ ਚਾਹੁੰਦਾ ਹਾਂ। ਅਫਸਰਾਂ ਨੇ ਜਵਾਬ ਬਾਅਦ 'ਚੋਂ ਦੇਣਾ ਨਾ, ਮੈਂ ਜਵਾਬ ਜਿਹੜੀ ਮੇਰੀ ਸਾਇੰਸ, ਕਿਉਂਕਿ ਪ੍ਰੋਗਰਾਮ ਤੇ ਮੇਰਾ ਹੈ ਨਾ, ਮਰਜ਼ੀ ਤੇ ਮੇਰੀ ਚੱਲਣੀ, ਤੇ ਮੈਂ ਆਪਣੀ ਰਾਏ ਤੁਹਾਨੂੰ ਦੇਣਾ ਪਿਆ ਵਾਂ। ਸੀਸੀਡੀ ਬਹੁਤ ਵੱਡਾ ਅਦਾਰਾ ਹੈ, ਬੜਾ ਮੁਨਜ਼ਮ ਅਦਾਰਾ ਹੈ, ਔਰ ਸੀਸੀਡੀ ਦੀ ਜਿੱਡੀ ਯਾਨੀ ਤੁਸੀਂ ਕਹ ਲਓ ਕਿ ਅਟਰੈਕਸ਼ਨ ਬਣ ਚੁੱਕੀ ਹੈ, ਜਾਂ ਜਿਹਨੇ ਅੱਲਾਹ ਤਾਲਾ ਨੇ ਉਹਨੂੰ ਇੱਜ਼ਤ ਤੋਂ ਨਵਾਜ਼ ਦਿੱਤਾ ਹੈ। ਸੀਸੀਡੀ ਜ਼ਰੂਰੀ ਨਹੀਂ ਹੈਗਾ ਕਿ ਉਹ ਕਿਸੇ ਆਪਰੇਸ਼ਨ ਤੇ ਉਹਨਾਂ ਨੇ ਕਾਨੂੰਨ ਪਾਸ ਕੀਤਾ ਕਿ ਤੁਸੀਂ ਵਰਦੀ 'ਚ ਹੀ ਰਹਿਣਾ। ਉਹ ਤਾਂ ਮੁਲਾਜ਼ਮ ਸੀਸੀਡੀ ਦਾ ਕਾਂਸਟੇਬਲ ਸਿਵਲ ਕੱਪੜਿਆਂ 'ਚ ਵੀ ਰੈਕੀ ਕਰ ਸਕਦਾ, ਆਪਣੀ ਡਿਊਟੀ ਸਰ ਅੰਜਾਮ ਦੇ ਰਹੇ, ਡਿਊਟੀ ਸਾਰ ਅੰਜਾਮ ਦੇ ਸਕਦਾ। ਜ਼ਰੂਰੀ ਹੈ ਐਸਓਪੀ ਦਾ ਧਿਆਨ ਰੱਖਦੇ, ਜਿੰਨੀ ਉਹਨਾਂ ਦੀ ਕੋਈ ਵਰਦੀ ਦੇ ਕੇ ਬੰਦਾ ਚੌਕਸ ਹੋਏਗਾ ਪੂਰਾ ਇਲਾਕਾ ਕਿ ਸੀਸੀਡੀ ਦਾ ਬੰਦਾ ਫਿਰਦਾ। ਜਸੂਸੀ ਤੇ ਤੁਸੀਂ ਇਹਦਾ ਜਵਾਬ ਤੇ ਆ ਗਿਆ ਇਹ। ਹੁਣ ਦੂਸਰੀ ਗੱਲ ਹੈ, ਉਹ ਮੁਲਾਜ਼ਮ ਰਜ਼ਾਕ ਡੋਗਰ ਜਿਹੜਾ ਨਾ, ਉਹ 2 ਤਰਫਾ ਫਾਇਰਿੰਗ ਸ਼ਹੀਦ ਹੋਇਆ, ਲੇਕਿਨ ਇਹਦੇ ਤੇ ਹਮਲਾ ਕੀਤਾ ਗਿਆ। ਹੁਣ ਮੈਨੂੰ ਤੁਸੀਂ ਦੱਸੋ, ਅੱਜ ਤੱਕ ਕੋਈ ਇੱਕ ਬੰਦਾ ਮਾਸ ਹੋਇਆ ਨਵੀਜ਼ ਸਈਦ ਇੰਸਪੈਕਟਰ, ਉਹਨੂੰ ਮਰਡਰ ਕੀਤਾ ਗਿਆ। ਉਹਦੇ ਮਰਡਰ ਤੋਂ ਬਾਅਦ ਮੈਂ ਚਲੋ ਸ਼ਹੀਦ ਨਹੀਂ ਕਹਿ ਰਿਹਾ, ਉਹਦਾ ਮਰਡਰ ਹੋਇਆ ਸੀ ਕਿਉਂਕਿ ਉਹ ਪੁਲਿਸ ਦੀ ਨੌਕਰੀ ਛੱਡ ਕੇ ਦੂਜੇ ਕੰਮਾਂ 'ਚ ਵੜਨ ਡਿਆ, ਆਪਣੇ ਲੈਣ ਦੇਣ ਦਾ, ਆਪਣੇ ਲੈਣ ਦੇਣ। ਉਹਦੇ ਬਾਅਦ ਹੋਰ ਆਸ਼ਕ ਮਾਰ ਸਾਹਿਬ, ਉਹਨਾਂ ਨੂੰ ਵੀ ਜਿਹੜਾ ਚਲੋ ਤੁਸੀਂ ਅੱਜ ਹੀ ਗੱਲ ਉਹਨਾਂ ਨੂੰ ਵੀ ਸ਼ਹੀਦ ਕੀਤਾ ਗਿਆ। ਮੈਂ ਵੀ ਕਹਿ ਦਿੰਦਾ ਤਾਰਕ ਕੰਬੋਜ ਸਾਹਿਬ ਨੂੰ ਸ਼ਹੀਦ ਕੀਤਾ ਗਿਆ, ਉਹਨਾਂ ਲਈ ਮੈਂ ਲਫ਼ਜ਼ ਕਹਾਂਗਾ, ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਔਰ ਉਹ ਸਿੱਧੇ ਹੀ ਜੰਨਤ 'ਚ ਗਏ ਨੇ, ਕਿਉਂਕਿ ਇਨਸਾਨ ਵੀ ਇਹੋ ਜਿਹਾ ਸੀ। ਉਹਦੇ ਇਲਾਵਾ ਮੈਂ ਦੇਖੋ ਜਿਨ੍ਹਾਂ ਕਰੈਕਟਰ ਨੂੰ ਚਸ਼ਮਦੀਦ ਆ, ਜਿਹੜਾ ਆਪਣੀ ਪੇਸ਼ਾਵਰਾਨਾ ਸਰਗਰਮੀ ਇਸਤੇਮਾਲ ਕਰਦੇ ਆ। ਆਸ਼ਕ ਮਾਰ ਸਾਹਿਬ ਮੈਂ ਨਹੀਂ ਜਾਣਦਾ। ਤਾਰਕ ਕੰਬੋਜ ਸਾਹਿਬ ਦੇ ਬਾਰੇ ਤੇ ਮੈਂ ਮਰਦੇ ਟਾਈਮ ਇਹ ਗੱਲ ਕਹਾਂਗਾ, ਉਹ ਬੰਦਾ ਹੋਨੈਸਟ ਆਦਮੀ ਸੀ, ਔਰ ਉਸ ਬੰਦੇ ਨੂੰ ਬਕਾਇਦਾ ਜਿਹੜਾ ਨਾ ਅਕਾਲਦਮ ਤੰਦੀਮਾਂ ਦੇ ਆਪਰੇਸ਼ਨ ਦੇ ਬਦਲੇ 'ਚ ਉਹਨੂੰ ਵਿਚਾਰੇ ਨੂੰ ਜਿਹੜਾ ਨਾ ਉਹਨੂੰ ਦੁਨੀਆ ਤੋਂ ਭੇਜਿਆ ਗਿਆ। ਲੇਕਿਨ ਠੀਕ ਉਹਦੀ ਅੱਲਾਹ ਤਾਲਾ ਨੂੰ ਜੰਨਤ ਉਹਦੇ ਬਾਗ, ਸ਼ਹਾਦਤ ਦਾ ਦਰਜਾ ਮਿਲ ਗਿਆ, ਉਹ ਬਾਗ ਜੰਨਤ 'ਚ ਉਹਦਾ ਇੰਤਜ਼ਾਰ, ਉਹ ਬੰਦਾ ਹੀ ਹੋਰ ਤਰ੍ਹਾਂ ਦਾ ਸੀ। ਅੱਛਾ ਬਾਰਡਰ ਸਾਹਿਬ ਤੁਸੀਂ ਦੇਖੋਗੇ ਹੁਣ ਇਹ ਜੋ ਕੰਮ ਹੋ ਗਿਆ ਨਾ, ਇਹ ਕਿਹੜੇ ਕੰਮ 'ਚ ਹੈ? ਜਦੋਂ ਸੀਸੀ ਦਾ ਡੰਗ ਐਡਾ ਕਿ ਤੇਜ਼ ਹੈ,
ਇੱਕ ਸਟੇਜ ਆਉਂਦੀ ਸੀ ਜੀ ਪਤੰਗ ਉਡਾਉਂਦੇ ਸਨ ਪਿੱਛੋਂ ਆਵਾਜ਼ ਆਉਂਦੀ ਉਹ ਦਮੀ ਦੇ ਦਮੀ ਦੇ ਦਮੀ ਦੇ ਜ਼ੋਰਾਂ ਹੀ ਆਵਾਜ਼ ਆਉਂਦੀ ਹੈ ਜਿਹੜੀ ਚੀਜ਼ ਨਾਲ ਲੱਗਦੀ ਸੀ ਨਾ ਉਹ ਕੱਟ ਹੋਈ ਦੀ। ਉਹ ਸਿਰਫ ਪਤੰਗ ਦੀ ਡੋਰ ਦੇਈ ਜਾਣੀ ਹੈ ਦਮੀ ਦੇਣੀ ਥੱਲੇ ਐ ਦਮੀ ਦੇ ਰਿਹਾ ਜਿਹੜੀ ਚੀਜ਼ ਨਾਲ ਲੱਗਦੀ ਕੱਟੀ ਜਾਂਦੀ ਸੀਸੀਡੀ ਦੀ ਇੰਨੀ ਤਾਕਤ ਹੁੰਦੇ ਆ ਉਹਨਾਂ ਦੇ ਕਾਂਸਟੇਬਲ ਨੂੰ ਦੌਰਾਨੇ ਡਿਊਟੀ ਹਮਲਾ ਕਰਕੇ ਲਫ਼ਜ਼ ਕੀ ਹੈਗਾ ਹਮਲਾ ਕਰਕੇ ਇਹਦਾ ਜਵਾਬ ਹੁਣ ਅੱਗੋਂ ਮੈਂ ਕੀ ਦੱਸ ਤੁਸੀਂ ਆਪ ਬਿਹਤਰ ਸਮਝੇ ਕਿ ਯਾਨੀ ਕਿ ਅਸੀਂ ਤੋਕੋ ਕਰ ਸਕਦੇ ਹਾਂ ਕਿ ਜਿਹੜਾ ਕੰਮ ਉਹ ਦਿਨਾਂ 'ਚ ਹੋਣਾ ਸੀ ਹੁਣ ਉਹ ਘੰਟਿਆਂ ਦੇ ਵਿੱਚ ਹੁਣ ਉਹ ਸੀਸੀਡੀ ਤੋਂ ਬਚ ਨਹੀਂ ਸਕਦੇ ਜਿਨ੍ਹਾਂ ਨੇ ਇੰਨੀ ਜ਼ੁਰਤ ਦਾ ਮੁਜ਼ਾਹਰਾ ਕੀਤਾ ਹੈ। ਮੈਨੂੰ ਕੁਝ ਲੋਕਾਂ ਨੇ ਕਾਲ ਕਰਕੇ ਕਿਹਾ ਕਿ ਇਹ ਕਾਂਸਟੇਬਲ ਜਿਹੜਾ ਸੀ ਨਾ ਇਹਦੀ ਵੀ ਰੈਪੂਟੇਸ਼ਨ ਜਿਹੜੀ ਨਾ ਯਾਨੀ ਕਿ ਮੈਂ ਮੁਖਤਸਰ ਨਾ ਕਹਾਂਗਾ ਸ਼ਹੀਦ ਦੇ ਬਾਰੇ ਵੀ ਨਾ ਲੋਕਾਂ ਨੇ ਕਿ ਸਾਡਾ ਕੰਮ ਬਣਦਾ ਸੀ ਜਿਹੜੀ ਗੱਲਾਂ ਸੁਣ ਰਹੇ ਉਹ ਵੀ ਲੋਕਾਂ ਨਾਲ ਸ਼ੇਅਰ ਕਰ ਦਈਏ ਤਾਂ ਕਿ ਆਡੀਅנס ਥੱਲੇ ਲਿਖੇ ਉਹ ਕਹਿੰਦੇ ਨੇ ਕਿ ਇਹਦਾ ਵੀ ਨਾ ਚਾਲ ਚਲਨ ਥੋੜਾ ਜਿਹਾ ਨਾ ਯਾਨੀ ਪੁਲਿਸ ਤੋਂ ਹਟ ਗਏ ਸੀ ਇਲਾਕੇ ਦੇ ਲੋਕਾਂ ਲਈ ਕੋਈ ਐਡਾ ਵੀ ਕੋਈ ਯਾਨੀ ਕਿ ਸ਼ਰਾਫਤ ਦਾ ਪਾਰਸਾ ਨਹੀਂ ਸੀ ਕਿ ਤੁਸੀਂ ਇਹਨੂੰ ਚੁੱਕੀ ਜਾਓਗੇ ਇਹ ਬੜਾ ਸੀ ਇਹ ਗੱਲਾਂ ਦੀ ਲੋਕਾਂ ਦੀ ਰਾਏ ਵੇ ਇਹਦੇ 'ਚ ਅਸੀਂ ਸਾਡੀ ਆਪਣੀ ਕੋਈ ਓਪੀਨੀਅਨ ਨਹੀਂ ਕਿ ਅਸੀਂ ਮੈਂ ਤਾਂ ਜਾਣਦਾ ਹੀ ਹੁਣ ਇਹਦੇ 'ਚ ਦੂਸਰੇ ਪਾਸੇ ਨਾਲ ਦੇਖਣਾ ਪੈਣਾ ਕਿ ਅਗਰ ਆਇਆ ਉਹ ਵਾਕਈ ਡਿਊਟੀ ਤੇ ਸੀ ਰੋਜ਼ਨਾਮ 'ਚ ਰਿਪੋਰਟ ਲਿਖ ਕੇ ਆਇਆ ਸੀ ਕਿ ਮੈਂ ਉਸ ਇਲਾਕੇ ਜਾ ਰਿਹਾ ਕੋਈ ਇਹਨਾਂ ਦਾ ਵੀ ਰੋਜ਼ਨਾਮ 'ਚ ਹੈ ਨਾ ਉਹ ਰੋਜ਼ਨਾਮ 'ਚ ਚੈੱਕ ਕਰਨਾ ਚਾਹੀਦਾ ਕਿ ਆਇਆ ਉਹ ਬਕਾਇਦਾ ਰਿਪੋਰਟ ਲਿਖ ਕੇ ਆਇਆ ਕਿ ਮੈਂ ਫਲਾਂ ਇਲਾਕੇ 'ਚ ਫਲਾਂ ਮੁਲਜ਼ਮ ਜਿਹੜਾ ਉਹਦੀ ਰੈਕੀ ਤੇ ਜਾ ਰਿਹਾ ਹਾਂ ਮੈਂ ਇੰਨੇ ਵਜੇ ਥਾਣੇ ਨਿਕਲਿਆ ਵਾਂ ਰੋਜ਼ਨਾਮ 'ਚ ਦਾ ਮਤਲਬ ਹੁੰਦਾ ਹੈ ਪੁਲਿਸ ਵਾਲਾ ਜਿਸ ਦਿਨ ਨੌਕਰੀ ਜੁਆਇਨ ਕਰਦਾ ਨਾ ਉਸ ਦਿਨ ਰੋਜ਼ਨਾਮ 'ਚ ਜੋ ਪੈਕ ਹੋ ਗਿਆ ਉਹਨੇ ਆਪਣੇ ਰੋਜ਼ ਦੀ ਹਰ ਚੀਜ਼ ਲਿਖਣੀ ਹੈ। ਇਹਦੇ 'ਚ ਇੱਕ ਐਸੀ ਜ਼ਬਰਦਸਤ ਗੱਲ ਦੱਸ ਰਿਹਾ ਸਾਰੀ ਪੁਲਿਸ ਸਹੀ ਚੋਇਸ ਕੀ ਗੱਲ ਕਰ ਰਹੇ ਨੇ ਰੋਜ਼ਨਾਮ 'ਚ ਅਗਰ ਪੁਲਿਸ ਵਾਲੇ ਦੀ 1.5 ਸਾਲ 2 ਸਾਲ ਤੋਂ ਘਰ ਦੀ ਰਵਾਨਗੀ ਨਹੀਂ ਨਾ ਰਹੀ ਗਈ ਕਿ ਰਜ਼ਾਕ ਕਾਂਸਟੇਬਲ ਘਰ ਛੁੱਟੀ ਤੇ ਗਿਆ ਤੇ ਉਹ ਆਪਣੀ ਡਿਊਟੀ ਕਰ ਰਿਹਾ ਤੇ ਪਿੱਛੇ ਭਤੀਜਾ ਹੈਗਾ ਸਾਡਾ ਦੁਨੀਆ ਦੇ ਤੇ ਅਸੂਲੀ ਤੌਰ ਤੇ ਉਹ ਬਗੈਰ ਰੋਜ਼ਨਾਮ 'ਚ ਰਪੜੀਆਂ ਚਲੇ ਜਾਂਦੇ ਨੇ ਤੇ ਕੋਈ ਇਹਦਾ ਜਵਾਬ ਦੇਵੇ ਪੂਰੇ ਸਾਲ ਤੂੰ ਤਾਂ ਘਰ ਗਿਆ ਹੀ ਨਹੀਂ ਯਾਨੀ ਰੋਜ਼ਨਾਮ 'ਚ ਇਹ ਚੀਜ਼ ਇੰਨੀ ਅਹਿਮੀਅਤ ਹੈ ਇਹਦੀ ਇੰਨੀ ਅਹਿਮੀਅਤ ਹੈ ਜਦੋਂ ਕਾਂਸਟੇਬਲ ਭਰਤੀ ਹੋ ਗਿਆ ਨਾ ਉਹਨੇ ਬਾਹਰ ਜਾਣਾ ਲਿਖ ਕੇ ਜਾਣਾ ਉਹਨੇ ਅੰਦਰ ਆਣਾ ਲਿਖ ਕੇ ਆਣਾ ਲਿਖ ਕੇ ਜਾਣਾ ਇਹਦੇ 'ਚ ਇਹ ਚੀਜ਼ ਦੇਖਣੀ ਚਾਹੀਦੀ ਅਗਰ ਉਹ ਵਾਕਈ ਆਪਣੇ ਐਸਓਪੀਸ ਕੰਪਲੀਟ ਕਰਕੇ ਰੋਜ਼ਨਾਮ 'ਚ ਰਿਪੋਰਟ ਲਿਖ ਕੇ ਗਿਆ ਹੈ ਤੇ ਮੈਂ ਤੁਹਾਨੂੰ ਗਰੰਟੀ ਦੇਣਾ ਪਿਆ ਇਹਦਾ ਅੰਜਾਮ ਬੜਾ ਬੁਰਾ ਹੋਏਗਾ ਹੁਣ ਇੱਥੇ ਆ ਗਿਆ ਨਾ ਇਹਨੂੰ ਇਹ ਚਾਹੀਦਾ ਮੁਲਜ਼ਮ ਨੂੰ ਕਿ ਇਹਦੇ ਕੋਲ ਦੋ ਆਪਸ਼ਨ ਹਨ ਇੱਕ ਤਾਂ ਹੈਗਾ ਖੁਦ ਨੂੰ ਖੁਦ ਮਾਰ ਦੇ ਤੇ ਦੂਸਰਾ ਹੈਗਾ ਖੁਦ ਨੂੰ ਸਰੈਂਡਰ ਕਰ ਦੇ ਇਹਨੂੰ ਸਰੈਂਡਰ ਕਰਨ ਵਾਲੀ ਆਪਸ਼ਨ ਚੂਜ਼ ਕਰਨੀ ਚਾਹੀਦੀ ਨਹੀਂ ਆਇਆ ਉਹ ਸਰੈਂਡਰ ਕਰਦਾ ਤੇ ਕਿ ਸੀਸੀਡੀ ਉਹਨੂੰ ਛੱਡ ਦੇਗੀ ਤੁਹਾਨੂੰ ਮੈਂ ਇੱਕ ਗੱਲ ਇੱਥੇ ਸੁਣਾਉਣਾ ਇਹ ਛੱਡਣ ਛਡਾਉਣ ਦਾ ਮੈਂ ਨਹੀਂ ਮੈਂ ਜ਼ਿੰਮੇਦਾਰ ਹਾਂ ਸੀ ਦਾ ਕਿ ਮੈਂ ਨਹੀਂ ਐਡਾ ਵੱਡਾ ਉਹ ਰਿਸਕ ਮਿਸਾਲ ਹੈ ਗੱਲ ਮੈਂ ਕਹਾਂਗਾ ਗਿੱਟਿਆਂ ਘੋਟਿਆਂ ਨਾਲ ਇੱਕ ਗੱਲ ਮੇਰੇ ਸੁਣਨ ਚਾਹੀਏ ਪਤਾ ਨਹੀਂ ਉਹਨੇ ਝੂਠ ਹੈ ਕਿ ਸੱਚ ਹੈ ਲੇਕਿਨ ਇਹਦੀ ਤਸਦੀਕ ਮੈਂ 2-3 ਬੰਦਿਆਂ ਕੋਲ ਹੋਰ ਕੋ ਕੀਤੀ ਉਹਨੇ ਕਹੀ ਰਵਈਆ ਉਹਨਾਂ ਦਾ ਐਸਾ ਨਾ ਦੀ ਹੈ ਸੁਹੇਲ ਦੇ ਪਰਚਾ ਸਾਹਿਬ ਦਾ ਉਹਨੇ ਕਿਹਾ ਕੋਈ ਬੰਦਾ ਪੇਸ਼ ਹੋਇਆ ਪਤਾ ਨਹੀਂ ਕਿਹੜੇ ਇਲਾਕੇ ਦੇ ਕਿਹੜੇ ਸ਼ਹਿਰ ਦੇ ਮੈਂ ਵੀ ਕੋਈ ਫਰਜ਼ੀ ਨਾਮ ਲਵਾਂ ਨਹੀਂ ਬਣਦਾ ਕੋਈ ਬੰਦਾ ਪੇਸ਼ ਹੋਇਆ ਉਹਦੇ ਨਾਲ ਨਾ ਮੁਤਲਕਾ ਪੁਲਿਸ ਜਿਨ੍ਹਾਂ ਦੇ ਕੋਲੋਂ ਜਾ ਕੇ ਉਹਨੇ ਸਰੈਂਡਰ ਕੀਤਾ ਹੈ ਉਤੋਂ ਘੁਆ ਸਰੈਂਡਰ ਹੋਇਆ ਜਾਂ ਜਿਸ ਤਰ੍ਹਾਂ ਵੀ ਹੈ ਬਗੈਰ ਬੇਲ ਕਰਵਾਉਣ ਨੂੰ ਖੁਦ ਨੂੰ ਸਰੈਂਡਰ ਕੀਤਾ ਉਹਦੇ ਨਾਲ ਨਾਰਵਾ ਸਲੂਕ ਹੋਇਆ ਥੋੜਾ ਕੋਈ ਲਿੱਤਰ ਬੋਲਾ ਕੋਈ ਚੰਡ ਛੱਪੜ ਉਹਦੇ ਨਾਲ ਕੋ ਹੋਇਆ ਚੱਠਾ ਸਾਹਿਬ ਨੂੰ ਲੱਗ ਗਿਆ ਪਤਾ ਇਹਨਾਂ ਨੇ ਜਾ ਕੇ ਬੜੀ ਜ਼ਬਰਦਸਤ ਉਹਦਾਂ ਦੀ ਸਰਦਨਿਸ਼ ਕੀਤੀ ਹੈ ਐ ਮੈਂ ਔਨ ਏਅਰ ਤੁਹਾਨੂੰ ਕਹਿਣਾ ਪਿਆ ਵਾਂ ਐ ਮੈਂ ਕੋਈ ਫਲਾਣ ਵਾਲੀ ਗੱਲ ਨਹੀਂ ਕਰਦਾ ਪਿਆ ਤੇ ਮੈਂ ਨਾ ਹੀ ਇਹੋ ਜਿਹੀਆਂ ਗੱਲਾਂ ਮੈਨੂੰ ਬਣਾਉਣੀਆਂ ਹੁੰਦੀਆਂ ਗੱਲ ਉਹ ਜਿਹੜੀ ਜੈਨੂਇਨ ਹੋਵੇ ਉਹਨਾਂ ਨੇ ਕਿਹਾ ਤੁਸੀਂ ਹੁੰਦੇ ਕੋਲ ਪੇਸ਼ ਹੋਏ ਬੰਦੇ ਨਾਲ ਐਸਾ ਨਾ ਕਰੋ ਜਿਹੜਾ ਆਪਣੇ ਆਪ ਨੂੰ ਖੁਦ ਕਰ ਰਿਹਾ ਤੇ ਇੱਕ ਬੰਦਾ ਸਰੈਂਡਰ ਕਰ ਰਿਹਾ ਸਨ ਉਹ ਬੰਦਾ ਫਿਜ਼ੀਕਲੀ ਤੌਰ ਤੇ ਸਾਡੇ ਕੋਲ ਆ ਗਿਆ ਇਹ ਲੋਕ ਜਿਹਨਾਂ ਨਾਲ ਹੁੰਦੇ ਨਾ ਕੋਈ ਥੋੜੇ ਬਹੁਤੇ ਉਸਤਾਦੀਆਂ ਵਾਲੇ ਕੰਮ ਉਹ ਪਤਾ ਹੀ ਕਰਦੇ ਨੇ ਉਹ ਨਾਲ ਆਪਣੇ ਨਾਲ ਹਵਾਜ ਨਾਲ ਬੰਦੇ ਲੈ ਜਾਂਦੇ ਬੜੇ ਬੜੇ ਸਿਆਸਤਦਾਨ ਪੁਲਿਸ ਚਿੜ ਖਾਂਦੀ ਹੈ ਕਿ ਤੂੰ ਸਾਡੇ ਤੇ ਪ੍ਰੈਸ਼ਰ ਪਾਉਣ ਆ ਗਿਆ ਇੱਕ ਬੰਦਾ ਖੁਦ ਨੂੰ ਸਰੈਂਡਰ ਕਰ ਰਿਹਾ ਆਰਾਮ ਨਾਲ ਧੋਣ ਤੇ ਆਪਣਾ ਕੱਪੜਾ ਪਾਵੇ ਜਾ ਕੇ ਕਮਰਾ ਜਿਸ ਨਾਲ ਬੱਲੂ ਬਲਰਾਮ ਚੁਗਦਾ ਆਪਣਾ ਰਵਈਆ ਵੀ ਦੱਸੇ ਕਿ ਮੈਂ ਕਿ ਸਰ ਇਹ ਵੇਖੋ ਮੈਂ ਤੁਹਾਡੇ ਤੇ ਯਕੀਨ ਕਰਕੇ ਆ ਗਿਆ ਜੀ ਯਾਰ ਉਹ ਵੀ ਇਨਸਾਨ ਨੇ ਇਹ ਹੋ ਹੀ ਨਹੀਂ ਸਕਦਾ ਜਿੱਥੇ ਤੁਸੀਂ ਉਹਨਾਂ ਦੀ ਈਗੋ ਨਾਲ ਪ੍ਰੈਸਟੀਜ ਦਾ ਮਸਲਾ ਬਣ ਕਿ ਮੈਂ ਭਾਈ ਨਾਲ ਵੇਖ ਮੈਂ ਲੈ ਸਿਆਸਤਦਾਨ ਹੁਣ ਬੋਲ ਦੂੰ ਪੁਲਿਸ ਵਾਲੇ ਕੀੜੇ ਰੱਖਦੇ ਨੇ ਇਸ ਗੱਲ ਦੀ ਇਹ ਮੇਰੀ ਗੱਲ ਯਾਦ ਰੱਖਣਾ ਉਹ ਕੁਰਸੀਆਂ ਤੇ ਬੈਠੇ ਨੇ ਸਾਹ ਬੰਦੇ ਨੇ ਉਹਨਾਂ ਦੇ ਕੋਲ ਤਾਂ ਇਹੀ ਤਰੀਕਾ ਕਰ ਫੋਨ ਕਰਕੇ ਜਨਾਬ ਯਾਰ ਉਮਰ ਵਿਰਕ ਸਾਹਿਬ ਦੇ ਨਾਲ ਮੈਂ 5000 ਮੇਰੇ ਇਖਤਲਾਫ ਹੋਣ ਤੁਸੀਂ ਇਹਨੂੰ ਸਾਈਡ ਤੇ ਕਰੋ ਉਮਰ ਵਿਰਕ ਸਾਹਿਬ ਦੇ ਕੋਲ ਨਾ ਮੁੰਨਾ ਕੁਰੈਸ਼ੀ ਜਿਹਦੇ ਨਾਲ ਮੇਰੀ ਇੰਨੀ ਮੁਖਾਲਫਤ ਸੀ ਉਹਨੇ ਫੋਨ ਕੀਤਾ ਉਹਨੇ ਕਿਹਾ ਵਿਰਕ ਸਾਹਿਬ ਮੈਂ ਦਾਦਾ ਦਰਬਾਰ ਦੇ ਅੱਗੇ ਖੜਾ ਹੈ ਤੇ ਕਿਸੇ ਨੂੰ ਭੇਜ ਕੇ ਮੈਨੂੰ ਫੜ ਲਓ ਤੇ ਫਿਆਜ਼ ਸਾਹਿਬ ਗਏ ਨੇ ਇਕੱਲੇ ਹੋਂਡੇ ਤੇ ਬਿਠਾ ਕੇ ਲੈ ਗਏ ਨੇ ਉਹਦੇ ਕਿੰਨੇ ਉਸ ਟਾਈਮ ਮੁਕੱਦਮਾਤ ਸਨ ਉਹ ਠੀਕ ਉਹਦੀ ਆਪਣੀ ਦੁਸ਼ਮਣੀ ਸਨ ਜੋ ਵੀ ਸਨ ਉਮਰ ਵਿਰਕ ਸਾਹਿਬ ਨੂੰ ਕੁਛ ਵੀ ਨਹੀਂ ਕੀਤਾ ਯਾਰ ਜਦੋਂ ਤੁਸੀਂ ਮੈਂ ਤੁਹਾਨੂੰ ਇਸ ਚੀਜ਼ ਦੀ ਗਰੰਟੀ ਦਿੰਦਾ ਹਾਂ ਮੈਂ ਹੁਣ ਤੱਕ ਜਿੰਨੇ ਪੁਲਿਸ ਵਾਲਿਆਂ ਦੇ ਖਿਲਾਫ ਵੀ ਪ੍ਰੋਗਰਾਮ ਕੀਤੇ ਨਾ ਉਹਨਾਂ ਦੀ ਇੱਕ ਕੁਆਲਿਟੀ ਜ਼ਰੂਰ ਸੀ ਪੇਸ਼ ਹੋਏ ਬੰਦੇ ਨੂੰ ਉਹ ਕੁਛ ਵੀ ਨਹੀਂ ਸੀ ਕਹਿੰਦੇ ਹੁਣ ਇਹ ਮੈਨੂੰ ਇੱਕ ਬੰਦੇ ਨੇ ਕਾਲ ਕਰਕੇ ਦੱਸਿਆ ਮੈਂ ਕਿਹਾ ਯਾਰ ਅਸੀਂ ਗੱਲ ਨਹੀਂ ਕਰ ਸਕਦੇ ਉਹਦੀ ਰੀਜ਼ਨ ਤੇਰਾ ਪੈਗਾਮ ਸੁਣਦੇ ਪਏ ਨਾ ਜੋ ਤੂੰ ਮੈਨੂੰ ਕਿਹਾ ਉਹਨੇ ਕਿਹਾ ਜੀ ਗੱਲ ਸੁਣੋ ਇਹ ਜਿਹੜਾ ਨਾ ਮੁਲਾਜ਼ਮ ਨੂੰ ਇਹਨੇ ਡਰਾਉਣ ਲਈ ਪਿਸਟਲ ਕੱਢਿਆ ਇਹਨੇ ਫਾਇਰ ਮਾਰਿਆ ਉਹ ਫਾਇਰ ਥੱਲੇ ਮਾਰਨ ਦੀ ਬਜਾਏ ਉਹਨੂੰ ਲੱਗ ਗਿਆ ਮੈਂ ਕਿਹਾ ਯਾਰ ਗੱਲ ਸੁਣ ਇਹ ਗੱਲ ਹੈ ਉਹ ਕਿ ਇਹਨੂੰ ਮੈਂ ਕਰਾਂਗਾ ਨਾ ਤੇ ਮੈਨੂੰ ਕੋਈ ਸਬੂਤ ਦੇ ਕੋਈ ਮੈਨੂੰ ਵੀਡੀਓ ਦੇ ਨਾ ਜਿਹਦੇ 'ਚ ਫਾਇਰ ਥੱਲੇ ਕਰ ਰਿਹਾ ਤੇ ਲਾਗੋਂ ਨਹੀਂ ਗਏ ਹੋਏ ਮੈਂ ਕਿਹਾ ਮੈਂ ਦਿਖਾ ਦਿਆਂ ਕਿ ਵੇਖੋ ਜੀ ਵੀਡੀਓ ਚੱਲਦੀ ਪਈ ਤੂੰ ਮੈਨੂੰ ਕਹਵੇਂ ਨਾ ਮੈਂ ਇਸ ਤਰ੍ਹਾਂ ਕਹਿ ਦਿਆਂ ਤੇ ਸਬੂਤ ਮੇਰੇ ਕੋਲ ਕੋਈ ਨਹੀਂ ਕਹਿੰਦਾ ਗੱਲ ਤਾਂ ਤੁਸੀਂ ਸਹੀ ਕਰ ਰਹੇ ਹੋ
ਮੈਂ ਕਿਹਾ ਜਦ ਕਿ ਪੁਲਿਸ ਸਬੂਤ ਦੇ ਰਹੀ ਹੈ ਉਹਨੂੰ ਸ਼ਹੀਦ ਕਰਨ ਦੀ ਜਿਹੜੀ ਵੀਡੀਓ ਚੱਲਦੀ ਪਈ, ਹੁਣ ਉੱਥੇ ਲੋਕਾਂ ਨੇ ਕਹਿਣਾ ਕਿ ਸਿਵਲ ਕੱਪੜਿਆਂ 'ਚ ਯਾਰ ਜਿੱਡੀ ਵੱਡੀ ਏਜੰਸੀ ਹੈ ਉਹ ਵਰਦੀ ਨਕਲ ਹੀ ਨਹੀਂ ਮੰਨਦੀ। ਅੱਜ ਵਰਦੀ ਪਾ ਕੇ ਤੇ ਜਸੂਸੀ ਨਹੀਂ ਨਾ ਹੋ ਸਕਦੀ, ਕੋਈ ਰੈਕੀ ਸਾਡੇ ਇਲਾਕੇ 'ਚ ਰੈਕੀ ਕਰ ਰਿਹਾ ਤਾਂ ਵਰਦੀ ਪਾ ਕਰੇ, ਸ਼ਾਇਦ ਦੌਰਾਨੇ ਡਿਊਟੀ ਉਹਨੂੰ ਉਹਦੇ ਅਫਸਰਾਂ ਨੇ ਕਿਹਾ ਜਾ ਵੀ ਤੂੰ ਰੈਕੀ ਕਰ। ਇਹ ਸਾਰੀ ਗੱਲਬਾਤ ਹੈ। ਰਜ਼ਾਕ ਡੋਗਰ ਉਹ ਸ਼ਹੀਦ ਹੋਇਆ ਦੋ ਤਰਫਾ ਫਾਇਰਿੰਗ ਦੇ ਤਬਾਦਲੇ। ਇਹਨੂੰ ਬਾਰਡਰ ਸਾਹਿਬ ਇੱਥੇ ਪ੍ਰੀ ਪਲਾਨ ਹਮਲਾ ਕੀਤਾ ਗਿਆ। ਉਹ ਮੋਟਰਸਾਈਕਲ ਦੇ ਅਸਰਾਂ ਜਾ ਰਹੇ ਨਾਲ ਹੀ ਗੋਲੀਆਂ ਮਾਰ ਕੇ ਉਹਨੂੰ ਸੜਕ ਤੇ ਸੁੱਟ ਦਿੱਤਾ ਗਿਆ। ਤੇ ਇਹ ਚੀਜ਼ ਜਿਹੜੀ ਨਾ ਸੀਸੀਡੀ ਲਈ ਸਵਾਲੀਆ ਨਿਸ਼ਾਨ ਹੈ। ਤੇ ਸੀਸੀਡੀ ਆਪਣਾ ਵੈਰ ਰਹਿਣਾ ਵੀ ਜਾਣਦੀ, ਉਹ ਤਾਂ ਸਾਰੇ ਸ਼ਹਿਰ ਲਈ ਲੜਾਈਆਂ ਕਰਨੇ, ਪੂਰੇ ਮੁਲਕ ਦੀ ਦੁਸ਼ਮਣੀ ਨਾਲ ਆਪਣੇ ਗਲੇ ਪਾ ਲਈ ਦੀ। ਤੇ ਇਹ ਕਾਂਸਟੇਬਲ ਜਿਹੜਾ ਦੂਸਰਾ ਇਹਦਾ ਜਿਹੜਾ ਹੁਣ ਹੋਇਆ ਨਾ ਇਹ ਫਿਆਜ਼, ਇਹ ਜਿਹੜਾ ਗੁਜਰਾਤ 'ਚ ਇਹਨੂੰ ਸ਼ਹੀਦ ਕੀਤਾ ਗਿਆ, ਇਹਦੇ ਤੋਂ ਬਾਅਦ ਜਿਹੜਾ ਨਾ ਸਿਲਸਿਲਾ ਰੁਕ ਜਾਏਗਾ। ਹੁਣ ਕੋਈ ਸੀਸੀਡੀ ਵਾਲ ਮੈਲੀ ਨਜ਼ਰ ਨਹੀਂ ਜੇ ਵੇਖੇਗਾ, ਇਹਨੂੰ ਮੁਕਾਮੀ ਇਬਰਤ ਬਣਾ ਦੇਣਗੇ। ਲੇਕਿਨ ਇਹਦੇ ਕੋਲ ਆਪਸ਼ਨ ਜਿਹੜੀ ਨਾ ਇਹਨੂੰ ਚੂਜ਼ ਕਰ ਲੈਣੀ ਚਾਹੀਦੀ, ਸਰੈਂਡਰ ਕਰ ਦੇ। ਵੀਡੀਓ ਪੈਗਾਮ ਜਾਰੀ ਕਰੋ ਕਿ ਸੁਹੇਲ ਦਫਰ ਚੜਾ ਦਾ ਮੈਨੂੰ ਦੱਸੋ ਮੈਂ ਕਿੱਥੇ ਆਵਾਂ, ਕਰ ਲਓ ਜੀ। ਇਹ ਟੈਸਟਿੰਗ ਕੇਸ ਹੋਗਾ, ਮੇਰਾ ਨਹੀਂ ਖਿਆਲ ਕਿ ਪੁਲਿਸ ਉਹਨੂੰ ਮੁਕਾਬਲੇ ਹੀ ਮਾਰੇਗੀ। ਤੇ ਨਾ ਹੀ ਸੀਸੀਡੀ ਇਸ ਤਰ੍ਹਾਂ ਕਰਦੀ ਹੈ। ਉਹਦਾ ਜਿੰਨੀਆਂ ਉਹਨਾਂ ਦੀਆਂ FIR ਨੇ ਉਂਝ ਭਾਵੇਂ ਜੋ ਮਰਜ਼ੀ ਕਹੀ ਜਾਓ ਜੈਲੀ ਪੁਲਿਸ ਮੁਕਾ, ਤੁਹਾਡੇ ਕਹਿਣਾ ਜੈਲੀ ਹੋਣ, ਉਹਨਾਂ ਦੀਆਂ ਪੁਲਿਸ ਮੁਕਾਬਲੇ ਦੀਆਂ FIR ਦਰਜ ਨੇ। ਉਹਦੇ ਸਾਥੀ ਛੁਡਾਉਣ ਆਉਂਦੇ ਰਹੇ ਨੇ, ਦੋ ਤਰਫਾ ਫਾਇਰਿੰਗ ਦੇ ਤਬਾਦਲੇ, ਪੁਲਿਸ ਨੇ ਨਸਲ ਨਹੀਂ ਦਿੱਤਾ, ਉਹ ਐਕਸਪਾਇਰ ਹੋ ਗਿਆ, ਉਹਨਾਂ ਨੂੰ ਕਬੂਲ ਹੈ, ਬੰਦਾ ਨਹੀਂ ਉਹਨਾਂ ਨੇ ਲਿਜਾਣ ਦਿੱਤਾ। ਇਹ ਸਾਰੀਆਂ FIR ਨੇ। ਤੇ ਇਹਦੇ 'ਚ ਆ ਕੇ ਇਹ ਜਿਹੜਾ ਨਾ ਇਹਦਾ ਬਚਣਾ ਮੈਨੂੰ ਤਾਂ ਨਜ਼ਰ ਨਹੀਂ ਆ ਰਿਹਾ, ਕਿਉਂਕਿ ਤਾਰੀਖ ਨੂੰ ਪੜ੍ਹ ਕੇ ਨਾ ਇਹ ਨਜ਼ਰ ਆਉਂਦਾ ਕਿ ਆਪਣੇ ਦੁਸ਼ਮਣ ਨੂੰ ਪੁਲਿਸ ਨਹੀਂ ਛੱਡਦੀ। ਤੇ ਇਹ ਤੇ ਸੀਸੀਡੀ ਹੈ। ਅੱਜ ਨਾਲੇ ਉਹਨਾਂ ਦਾ ਮੋਰਲ ਡਾਊਨ ਹੁੰਦਾ ਹੈ, ਪੁਲਿਸ ਦੇ ਉਹਨਾਂ ਦਾ ਮੋਰਲ ਡਾਊਨ ਹੁੰਦਾ ਹੈ। ਉਹਨਾਂ ਦਾ ਅਹਿਲਕਾਰ ਨੂੰ ਤੁਸੀਂ ਸ਼ਹੀਦ ਕਰਦੇ ਹੋ, ਇਹਦਾ ਤੁਸੀਂ ਸਿੱਧਾ ਸਿੱਧਾ ਭਾਰ ਚੁੱਕ ਲਿੱਤਾ ਹੈ। ਨਾਲੇ ਅਟੈਕ ਕਰਕੇ ਅਗਰ ਉਹ ਤੁਹਾਡੇ ਸਾਹਮਣੇ ਹਾਦਸਾਤੀ ਨਹੀਂ ਹੈ, ਹਾਦਸਾਤੀ ਨਹੀਂ ਹੈ ਕਿ ਤੁਹਾਨੂੰ ਆਪਣੀ ਜਾਨ ਬਚਾ ਲੈਣੀ, ਤੁਸੀਂ ਅਟੈਕ ਕਰ ਰਹੇ ਹੋ, ਤੇ ਇਹਦੀ ਤਾਂ ਮੇਰੇ ਮਾਫੀ ਹੋਣੀ ਨਹੀਂ। ਤੇ ਇਹ ਜਿਹੜਾ ਵੀ ਇਹ ਨੋਮਾ ਬਹਾਵਲਪੁਰੀਆ ਜਾਂ ਜੋ ਵੀ ਹੈ, ਮੇਰੇ ਅੰਦਾਜ਼ੇ ਤੋਂ ਤਬ ਇਹ ਹਾਲਾਤ ਤੱਕ ਫੜਿਆ ਜਾਏਗਾ। ਤੁਸੀਂ ਵੇਖ ਲੈਣਾ ਇਹ ਜ਼ਮੀਨ ਦੀ 7ਵੀਂ ਤਹਿ 'ਚ ਵੜ ਜਾਏ, ਇਹਨਾਂ ਨੇ ਕੱਢ ਲੈਣਾ। ਅਸਮਾਨ ਤੇ ਚੜ ਜਾਓ ਫਿਰ ਵੀ ਲੈਣਗੇ, ਖਲਾ 'ਚ ਰੁਕ ਜਾਓ ਉੱਥੇ ਫੜ ਲੈਣਗੇ। ਇਹਦੇ ਲਈ ਕੋਈ ਵਿਦ ਇਨ ਨੋ ਟਾਈਮ, ਜਲਦ ਤੋਂ ਜਲਦ ਇਹਦਾ ਕੰਮ ਬਣਦਾ ਆਪਣੇ ਆਪ ਨੂੰ ਚਾਂਸ ਲੈ ਲਵੇ, ਜਿਹੜਾ ਕਿ ਬਣਦਾ ਮਰਨ ਕਿ ਮੌਤ ਹਰ ਸੂਰਤ ਵਿੱਚ ਤੁਹਾਡਾ ਮਤਲਬ ਹਰ ਸੂਰਤ 'ਚ ਤੇ ਤੂੰ ਇਹ ਚਾਂਸ ਲੈ ਪੇਸ਼ ਹੋਣ ਵਾਲਾ, ਤੂੰ ਇਹ ਸਰੈਂਡਰ ਕਰ ਦੇ। ਠੀਕ ਹੈ ਕਿ ਆਪਣੀ ਵੀਡੀਓ ਬਣਾ, ਆਵਾਮ ਨੂੰ ਕਹਿ, ਉਹਨਾਂ ਕਹੀ ਮੈਂ ਚੱਡਾ ਦਾ ਵੀ ਖਿਦਮਤ 'ਚ ਪੇਸ਼ ਹੋਣ ਲੱਗਾ, ਮੈਂ ਸਿਰ ਕਾਇਕ ਦੱਸਾਂਗਾ ਕਿ ਮੈਂ ਡਰਦੇ ਮੇਰੇ ਕੋਲ ਮਰ ਗਿਆ। ਇਹ ਜੋ ਵੀ ਤੂੰ ਕੀਤਾ ਭਾਈ ਉਹਨਾਂ ਨੂੰ ਦੱਸ। ਤੇ ਮੇਰਾ ਨਹੀਂ ਖਿਆਲ ਕਿ ਉਹ ਸੀਸੀਡੀ ਇਸ ਤਰ੍ਹਾਂ ਕੋਈ ਸ਼ਿਕਾਰ ਖਾਂਦੀ ਹੈ, ਮੈਨੂੰ ਕੋਈ ਸ਼ਿਕਾਰ ਦਾ ਮਰੇ ਨੂੰ ਨਹੀਂ ਮਾਰ ਰਹੇ। ਜਿਹੜਾ ਸਰੈਂਡਰ ਕਰ ਰਿਹਾ ਮੈਂ ਨਹੀਂ ਦੇਖਿਆ ਉਹਨੂੰ ਕਿਸੇ ਨੂੰ ਮਾਰਿਆ ਹੋਵੇ। ਇਹਦੇ ਕੋਈ ਬੰਦਾ ਮੈਨੂੰ ਸਾਬਤ ਕਰ ਦੇ ਨਾ ਕਿਉਂਕਿ ਐਸਾ ਬੰਦਾ ਜਿਹੜਾ ਸਰੈਂਡਰ ਹੋਇਆ ਤੇ ਸੀਸੀਡੀ ਨੂੰ ਮਾਰਿਆ ਹੋਵੇ। ਹਾਂ, ਜਿੰਨੇ ਉਸ ਮਿਸਾਲ ਦੇ ਤੌਰ ਤੇ ਤੁਸੀਂ ਆ ਦੇਖੋ, ਤੁਸੀਂ ਅਤੀਫੀ ਭੱਟ ਸਾਹਿਬ ਦਾ ਇਨਕਾਊਂਟਰ ਹੋਇਆ ਨਾ, ਉਹਨਾਂ ਦੇ ਇਨਕਾਊਂਟਰ ਨੂੰ ਮੈਂ ਤੁਹਾਨੂੰ ਪਬਲਿਕ ਨੂੰ ਜਿਹੜੀ ਗੱਲ ਦੱਸਣਾ, ਪਬਲਿਕ ਮੇਰੀ ਗੱਲ ਨੂੰ ਸਮਝੇਗੀ ਕਿ ਸਹੀ ਕਹਿੰਦੇ ਪਏ। ਉਹਨਾਂ ਦਾ ਜਿਹੜਾ ਗ੍ਰਿਫਤਾਰ ਹੋਣਾ ਨਾ, ਉਹਦੇ ਬਾਅਦ ਦਾ ਕੁਝ ਸੋਸ਼ਲ ਮੀਡੀਆ 'ਤੇ ਐਸੀਆਂ ਕੋਈ ਵੀਡੀਓਜ਼ ਬਣੀਆਂ ਨੇ ਜਿਹਦਾ ਕਿ ਅਦਾਰਿਆਂ ਨੇ ਜਿਹੜਾ ਨਾ ਅੱਛਾ ਨਹੀਂ ਸਮਝਿਆ। ਤੁਸੀਂ ਫੈਸਲ ਜਿਹੜੇ ਭੱਟੀ ਸਾਹਿਬ ਨੇ, ਉਹਨਾਂ ਦੀ ਗ੍ਰਿਫਤਾਰੀ ਤੋਂ ਪਹਿਲਾਂ ਉਹਨਾਂ ਨੇ ਏਅਰਪੋਰਟ ਤੋਂ ਵੀਡੀਓ ਬਣਾਈ। ਇਹ ਜਦੋਂ ਤੁਸੀਂ ਅਦਾਰਿਆਂ ਦੇ ਅਦਮ ਤਹਫੁਜ਼ ਦਾ ਕਰਦੇ ਹੋ ਨਾ ਸ਼ਿਕਾਰ, ਅਦਾਰੇ ਸਾਡੇ ਨੇ, ਤੁਸੀਂ ਫਿਰ ਜੇ ਅਦਾਰੇ ਤੇ ਐਤਬਾਰ ਨਹੀਂ ਖਾ ਰਹੇ ਤੇ ਉਹ ਐਤਬਾਰ ਹੀ ਨਹੀਂ ਖਾ ਰਹੇ, ਉਹ ਤੋਂ ਨਾਲ ਲਗਾ ਚਮਕਾ ਰਹੇ ਹੋ ਕਿ ਦੇਖ ਲਓ ਮੈਂ ਗ੍ਰਿਫਤਾਰ ਨਹੀਂ ਆਇਆ, ਮਤਲਬ ਤੁਸੀਂ ਲੋਕਾਂ ਨੂੰ ਦੱਸ ਰਹੇ ਹੋ ਕਿ ਇਹ ਮਸ਼ਕੂਕ ਨੇ, ਮੇਰੇ ਨਾਲ ਕੁਝ ਵੀ ਕਰ ਸਕਦੇ ਨੇ। ਫਿਰ ਐਤਬਾਰ ਦੇ ਨਾ ਆਇਆ, ਫਿਰ ਤਾਂ ਤੁਸੀਂ ਚਾਂਸ ਲੈ ਰਹੇ ਹੋ। ਬਾਰਡਰ ਸਾਹਿਬ ਐਤਬਾਰ ਦਾ ਮਤਲਬ ਹੁੰਦਾ ਹੈ ਜੀ ਆ ਗਿਆ ਜੀ, ਉਹਦੇ ਕਮਰੇ ਵੜੋ, ਐਂ ਕਮਰਾ ਚੁੱਕੋ, ਸਰ ਮੈਂ ਆ ਗਿਆ। ਲੋਕ ਮੈਂ ਤੁਹਾਨੂੰ ਕਲਮਾ ਪੜ੍ਹ ਕੇ ਕਹਿੰਦਾ, ਮੈਨੂੰ ਕੋਈ ਮਿਸਾਲ ਦਿਓ ਨਾ, ਤੁੱਕੇ ਨਹੀਂ ਲਾਣੇ। ਬੱਚੇ ਉਹਨੂੰ ਛੋਟੇ ਛੋਟੇ ਵਿਚਾਰਿਆਂ ਨੂੰ ਪਤਾ ਨਹੀਂ ਮਾਦੀ ਕਿਸ ਤਰ੍ਹਾਂ ਦਾ ਸੀ, ਉਹ ਕਹਿੰਦੇ ਨਹੀਂ ਸੀਸੀਡੀ ਸਾਹਿਬ ਨੂੰ ਮਾਰ ਦਿੰਦੀ। ਉਹ ਪਾਗਲ ਆਦਮੀ, ਉਹ ਸਿਰਫ ਉਸ ਬੰਦੇ ਨੂੰ ਮਾਰਦੇ ਨੇ ਜਿਹੜਾ ਯਾਨੀ ਕਿ ਇਹਨਾਂ ਨੂੰ ਓਵਰ ਕੌਨਫੀਡੈਂਸ ਹੋ ਗਿਆ ਦਿਖਾਵੇ ਨਾ, ਜਾਂ ਓਵਰ ਕੌਨਸ਼ੀਅਸ ਹੋ ਗਿਆ ਦਿਖਾਵੇ, ਜਾਂ ਉਹਨੂੰ ਕੀ ਕਿਹਾ ਜਾਏਗਾ ਕਿ ਉਹਦਾ ਰਿਐਕਟ ਜਿਹੜਾ ਨਾ ਬੜਾ ਨੈਗੇਟਿਵ ਟਾਈਪ ਹੋਵੇ, ਉਹ ਉਸ ਬੰਦੇ ਨੂੰ ਹਿੱਟ ਲਿਸਟ ਤੇ ਲੈਂਦੇ ਨੇ। ਉਹ ਉਦਾਰ ਹੈ। ਇਹ ਸਾਰੀ ਸੂਰਤ ਹਾਲ ਜੇ ਇਹਦਾ ਬਚਣਾ ਨਾਮੁਮਕਿਨ ਹੈ। ਇਹਨੂੰ ਇਹ ਚਾਹੀਦਾ ਕਿ ਖੁਦ ਨੂੰ ਸਰੈਂਡਰ ਕਰਨ ਦਾ ਚਾਂਸ ਲਵੇ। ਇਨਸ਼ਾਅੱਲਾ ਅਗਰ ਉਹਦੇ ਕੋਲੋਂ ਚੱਲ ਗਈ ਗੋਲੀ ਤਾਂ ਚੱਲ ਗਈ ਦੀ ਸਜ਼ਾ ਮਿਲੇਗੀ, ਇਹਨੂੰ ਚਲਾਉਣ ਦੀ ਸਜ਼ਾ ਨਹੀਂ ਮਿਲੇਗੀ।